गुड आफ्टरनून स्टूडेंट्स। ਅੱਜ ਆਪਾਂ ਪਾਠ 16 त्रिलोचन ਦਾ ਕੱਦ ਜੋ ਕਿ ਪੜ੍ਹ ਰਹੇ ਸੀਗੇ ਉਸ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਇਸ ਪਾਠ ਦੇ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਕਿ ਲੇਖਕ ਆਪਣੇ ਘਰ ਦੇ ਵਿੱਚ ਕੰਮ ਕਰ ਰਹੇ ਮਾਲੀ त्रिलोचन ਦੇ ਸੁਭਾਅ ਬਾਰੇ, ਉਹਦੇ ਕੰਮ ਕਰਨ ਦੇ ਢੰਗ ਬਾਰੇ ਸਾਨੂੰ ਦੱਸ ਰਿਹਾ ਹੈ ਤੇ ਨਾਲ ਹੀ ਲੇਖਕ ਤੇ ਉਸ ਦਾ ਪਰਿਵਾਰ ਜਿਨ੍ਹਾਂ ਨੂੰ ਕਿ ਬਾਗਬਾਨੀ ਦਾ ਬਹੁਤ ਸ਼ੌਂਕ ਹੈ ਉਹ ਵੀ त्रिलोचन ਦੇ ਕੋਲੋਂ ਘਰ ਦੇ ਵਿੱਚ ਫੁੱਲ ਖਿੜਾਉਣ ਲਈ ਕੋਈ ਬੇਲ ਬੂਟੇ ਲਾਉਣ ਦੀ ਹਮੇਸ਼ਾ ਆਸ ਰੱਖਦੇ ਆ। ਜਦੋਂ ਉਹਨਾਂ ਨੂੰ ਲੱਗਦਾ ਹੈ ਕਿ त्रिलोचन ਉਹਨਾਂ ਦੀ ਆਸ ਤੇ ਖਰਾ ਨਹੀਂ ਉਤਰਦਾ ਤਾਂ ਫਿਰ ਉਹ ਪੂਰਾ ਪਰਿਵਾਰ ਆਪ ਇਸ ਲਈ ਐਫਰਟਸ ਕਰਨੇ ਸ਼ੁਰੂ ਕਰ ਦਿੰਦਾ ਹੈ, ਯਤਨ ਕਰਨੇ ਸ਼ੁਰੂ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਉਹ ਆਪਣੇ ਘਰ ਦੇ ਵਿੱਚ ਛੱਤ ਦੇ ਉੱਪਰ ਹੀ ਇੱਕ ਬਹੁਤ ਵਧੀਆ ਬਗੀਚਾ ਬਣਾਉਣ ਦੀ ਸੋਚਦੇ ਆ। ਇਸ ਤੋਂ ਅੱਗੇ ਆਪਾਂ ਪੜਾਂਗੇ। ਸੋ ਇਹਦੇ ਲਈ ਮੈਂ ਬੱਚੇ ਨੂੰ ਬੁਲਾਉਂਗੀ 1 by 1। ਆ ਜਾਓ ਬੇਟਾ ਇੱਥੇ। ਕੋਠੇ ਉੱਤੇ ਹੀ ਘਾਹ ਦਾ ਲਾਨ ਬਣਾਇਆ ਗਿਆ। ਕੋਠੇ ਉੱਤੇ ਹੀ ਸਬਜ਼ੀਆਂ ਦੀਆਂ ਕਿਆਰੀਆਂ ਬਣਾਈਆਂ ਗਈਆਂ। ਕੋਠੇ ਉੱਤੇ ਹੀ ਫੁੱਲਾਂ ਦੇ ਬੂਟੇ ਲਾਏ ਗਏ। ਅਸੀਂ ਆਪਣੀ ਪਸੰਦ ਦੇ ਪੌਦਿਆਂ ਦੀਆਂ ਪਨੀਰੀਆਂ ਲਿਆ ਕੇ ਲਾਈਆਂ। त्रिलोचन ਵੀ ਆਪਣੇ ਦੂਜੇ ਮਾਲੀਆਂ ਨਾਲ ਆਪਣੇ ਰਸੂਖ ਕਰਕੇ ਕਿਤੋਂ ਕੋਈ ਫੁੱਲਾਂ ਦੀ ਕਿਸਮ, ਕਿਤੋਂ ਕਈ ਅਨੋਖੇ ਪੌਦੇ ਕੱਢ ਲਿਆਉਂਦਾ। ਅਸੀਂ ਵੀ ਆਪਣਾ ਵੱਧ ਤੋਂ ਵੱਧ ਵਿਹਲਾ ਵਕਤ ਕੋਠੇ ਉੱਤੇ ਬਗੀਚੇ ਵਿੱਚ ਗੁਜ਼ਾਰਦੇ। ਸਵੇਰੇ ਸ਼ਾਮ ਘਾਹ ਅਤੇ ਬਗੀਚੇ ਨੂੰ ਪਾਣੀ ਲਾਇਆ ਜਾਂਦਾ। ਫੁੱਲਾਂ ਤੇ ਸਬਜ਼ੀਆਂ ਦੇ ਬੂਟੇ ਦੀ ਬੱਚਿਆਂ ਵਾਂਗ ਸਾਂਭ ਸੰਭਾਲ ਕੀਤੀ ਜਾਂਦੀ। ਕਿਸ ਪੌਦੇ ਨੂੰ ਫੁੱਲ ਪੈ ਰਹੇ ਨੇ, ਘਰ ਵਿੱਚ ਬਸ ਇਹੀ ਚਰਚਾ ਹੁੰਦੀ ਰਹਿੰਦੀ। ਸਾਡੇ ਇਸ ਪੈਰੇ ਦੇ ਵਿੱਚ ਸਾਨੂੰ ਲੇਖਕ ਨੇ ਦੱਸਿਆ ਆ ਕਿ ਜਦੋਂ ਅਸੀਂ ਬਗੀਚੇ ਨੂੰ ਆਪਣੇ ਘਰ ਦੇ ਕੋਠੇ ਤੇ ਬਣਾਇਆ ਤਾਂ ਉਸ ਦੇ ਵਿੱਚ ਕਈ ਤਰ੍ਹਾਂ ਦੇ ਬੂਟੇ, ਫੁੱਲਾਂ ਵਾਲੇ, ਸਬਜ਼ੀਆਂ ਵਾਲੇ, ਵਧੀਆ ਕਿਸਮ ਦਾ ਘਾਹ ਲਾਇਆ ਗਿਆ ਤੇ ਪਹਿਲਾਂ ਜਿਸ ਬਗੀਚੇ ਦੀ ਦੇਖਭਾਲ ਥੱਲੇ ਸਿਰਫ त्रिलोचन ਕਰਦਾ ਸੀ, ਹੁਣ ਇਸ ਬਗੀਚੇ ਦੀ ਪੂਰੀ ਦੇਖਭਾਲ ਪੂਰਾ ਪਰਿਵਾਰ ਕਰਦਾ ਸੀ। ਕਿਹੜੇ ਬੂਟੇ ਨੂੰ ਕਿੰਨੀ ਪਾਣੀ ਦੀ ਲੋੜ ਆ, ਕਦੋਂ ਕਟਾਈ ਦੀ ਲੋੜ ਆ, ਇਸ ਸਭ ਦਾ ਵੀ ਧਿਆਨ ਰੱਖਿਆ ਜਾਣ ਲੱਗ ਗਿਆ। ਹੁਣ ਲੇਖਕ ਦੇ ਪਰਿਵਾਰ ਵਿੱਚ ਹਰ ਸਮੇਂ ਬੂਟਿਆਂ ਦੀਆਂ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਹਾਂਜੀ, ਅੱਗੋਂ ਨੈਕਸਟ। ਸਾਡੇ ਬੱਚਿਆਂ ਨੇ ਕਿਸੇ ਅੰਗਰੇਜ਼ੀ ਰਿਸਾਲੇ ਵਿੱਚ ਪੜ੍ਹਿਆ ਸੀ ਕਿ ਰਿਸਾਲਾ ਹੁੰਦਾ ਮੈਗਜ਼ੀਨ। ਬਨਸਪਤੀ ਰੁੱਖ ਪੌਦੇ। ਬਨਸਪਤੀ ਵਿੱਚ ਵੀ ਇਨਸਾਨਾਂ ਵਾਂਗ ਜਾਨ ਹੁੰਦੀ ਹੈ, ਇਨਸਾਨਾਂ ਵਾਂਗ ਅਹਿਸਾਸ ਹੁੰਦਾ ਹੈ। ਅਮਰੀਕਾ ਵਿੱਚ ਲੋਕੀ ਆਪਣੇ ਘਰਾਂ ਵਿੱਚ ਲਾਏ ਪੌਦਿਆਂ ਨਾਲ ਗੱਲਾਂ ਕਰਦੇ ਨੇ। ਇਸ ਤਰ੍ਹਾਂ ਪੌਦਿਆਂ ਵਿੱਚ ਨਵੀਂ ਮਹਿਕ ਟਹਿਕ ਆ ਜਾਂਦੀ ਹੈ। ਪੌਦੇ ਚੰਗਾ ਗਾਣਾ ਸੁਣ ਕੇ ਇਨਸਾਨਾਂ ਵਾਂਗ ਹੀ ਖੁਸ਼ ਹੁੰਦੇ ਨੇ। ਉਹਨਾਂ ਵਿੱਚ ਰੌਣਕ ਆ ਜਾਂਦੀ ਹੈ। ਫੁੱਲਾਂ ਦੇ ਬੂਟਿਆਂ ਨਾਲ ਜਿਹੜੇ ਫੁੱਲ ਲੱਗਦੇ ਨੇ ਉਹਨਾਂ ਦੇ ਰੰਗ ਵੰਨ ਸੁਵੰਨੇ ਹੋ ਜਾਂਦੇ ਨੇ। ਵੰਨ ਸੁਵੰਨੇ ਕਈ ਪ੍ਰਕਾਰ ਦੇ। ਫੁੱਲਾਂ ਦਾ ਖੇੜਾ ਜ਼ਿਆਦਾ ਮੋਹਕ ਹੋ ਜਾਂਦਾ ਹੈ। ਖੇੜਾ ਖਿੜਨਾ ਜਾਂ ਖਿੜਿਆ ਆਕਾਰ। ਫੁੱਲਾਂ ਦਾ ਆਕਾਰ ਵਡੇਰਾ ਹੋ ਜਾਂਦਾ ਹੈ। ਸਾਡੇ ਦੋਵੇਂ ਬੱਚੇ ਵੀ ਸਵੇਰੇ ਉੱਠਦੇ ਹੀ ਆਪਣੇ ਪੌਦਿਆਂ ਨਾਲ ਵਕਤ ਗੁਜ਼ਾਰਨ ਲੱਗ ਪਏ। ਇੰਜ ਕੋਈ ਪੱਤਾ ਪੀਲਾ ਪੈ ਗਿਆ ਹੁੰਦਾ ਤਾਂ ਉਸ ਨੂੰ ਤੋੜ ਲਿਆ ਜਾਂਦਾ ਤਾਂ ਕਿ ਉਹਦੇ ਦੇਖਾ ਦੇਖੀ ਹੋਰ ਪੱਤੇ ਪੀਲੇ ਨਾ ਪੈ ਜਾਣ। ਕਿਸੇ ਪੌਦੇ ਨੂੰ ਖਾਦ ਜਾਂ ਪਾਣੀ ਦੀ ਘਾਟ ਜਾਪਦੀ, ਝੱਟ ਖਾਦ ਪਾ ਦਿੱਤੀ ਜਾਂਦੀ, ਪਾਣੀ ਲਾ ਦਿੱਤਾ ਜਾਂਦਾ।
ਕਿਸੇ ਪੌਦੇ ਨੂੰ ਸਹਾਰੇ ਦੀ ਲੋੜ ਹੁੰਦੀ, ਉਸ ਨਾਲ ਸਰਕੰਡੇ ਦਾ ਕਾਨਾ ਗੱਡ ਕੇ ਸਹਾਰਾ ਬਣਾ ਦਿੱਤਾ ਜਾਂਦਾ। ਤੁਹਾਡੇ ਵੀ ਸਕੂਲ ਦੇ ਵਿੱਚ ਬਹੁਤ ਸਾਰੇ ਬੂਟੇ ਲੱਗੇ ਹੋਏ ਆ, ਤੁਸੀਂ ਦੇਖਦੇ ਹੋਵੋਗੇ ਕਿ ਬੂਟਿਆਂ ਨੂੰ ਸਿੱਧੇ ਖੜੇ ਰਹਿਣ ਲਈ ਸਹਾਰੇ ਲਗਾਏ ਜਾਂਦੇ ਆ, ਡੰਡਾ ਲਗਾਇਆ ਜਾਂਦਾ ਤਾਂ ਜੋ ਜਿਹੜਾ ਬੂਟਾ ਆ ਉਹ ਬਿਲਕੁਲ ਸਿੱਧਾ ਹੀ ਉੱਪਰ ਨੂੰ ਜਾਵੇ। ਕੋਈ ਵੇਲ ਸਰਕੰਡੇ ਦਾ ਨੂੰ ਕਾਨਾ ਕਹਿੰਦੇ ਆ। ਕੋਈ ਵੇਲ ਵਾਧੂ ਤੇ ਆਪ ਨੂੰ ਹਾਰੇ ਵੱਧ ਰਹੀ ਹੁੰਦੀ ਤਾਂ ਉਹਦੀ ਕਾਣ ਛਾਣ ਕਰਕੇ ਲੋੜੀਂਦਾ ਸਹਾਰਾ ਦੇ ਕੇ ਵੇਲ ਨੂੰ ਉੱਪਰ ਚੜ੍ਹਨ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ। ਲੋੜੀਂਦਾ ਲੋੜ ਅਨੁਸਾਰ। ਹਾਂਜੀ ਚਲੋ ਕਲੀਅਰ ਹੋ ਗਿਆ। ਇਹ ਪੈਰਾਗ੍ਰਾਫ ਕਹਿੰਦੇ ਕਿ ਜਿਸ ਤਰ੍ਹਾਂ ਇਨਸਾਨ ਖੁਸ਼ ਹੁੰਦਾ ਆ ਮਿਊਜ਼ਿਕ ਦੇ ਨਾਲ, ਗਾਣੇ ਸੁਣ ਕੇ, ਇਸੇ ਤਰ੍ਹਾਂ ਜਿਹੜੇ ਪੇੜ ਪੌਦੇ ਨੇ, ਰੁੱਖ ਪੌਦੇ ਨੇ, ਇਹ ਵੀ ਸੰਗੀਤ ਸੁਣਨ ਦੇ ਆਦੀ ਹੁੰਦੇ ਨੇ ਔਰ ਕਹਿੰਦੇ ਇਹਨਾਂ ਨੂੰ ਵੀ ਇਨਸਾਨਾਂ ਵਾਂਗ ਹੀ ਸੰਗੀਤ ਜਿਹੜਾ ਆ ਚੰਗਾ ਲੱਗਦਾ ਹੈ। ਹਾਂਜੀ ਨੈਕਸਟ ਵੀਡੀਓ। ਸਾਲ ਛਿਮਾਹੀ ਤੋਂ ਸਾਰੀ ਕਲੋਨੀ ਵਿੱਚ ਛੱਤ ਉੱਤੇ ਉਗਾਏ ਸਾਡੇ ਇਸ ਬਗੀਚੇ ਵਿੱਚ 6 ਮਹੀਨੇ ਕਹਿੰਦੇ ਸਾਲ 6 ਮਹੀਨਿਆਂ ਤੋਂ ਬਗੀਚੇ ਦੀ ਚਰਚਾ ਸ਼ੁਰੂ ਹੋ ਗਈ। ਕੋਠੇ ਉਤਲੇ ਇਸ ਬਗੀਚੇ ਨਾਲ ਹੇਠਾਂ ਧਰਤੀ ਦੇ ਬਗੀਚੇ ਨੇ ਜਿਵੇਂ ਪਾਸਾ ਪਰਤਾ ਲਿਆ ਹੋਵੇ। ਪਾਸਾ ਪਰਤਾ ਲੈਣਾ, ਰੂਪ ਵਟਾ ਲੈਣਾ, ਰੂਪ ਵਟਾ ਲੈਣਾ। ਉਹੀ ਲਾਨ ਜਿਹੜਾ ਪਹਿਲੋਂ ਕਾਬੂ ਵਿੱਚ ਨਹੀਂ ਸੀ, ਮੁੜ ਮੋਲ ਪਿਆ ਹਰਾ ਭਰਾ ਹੋ ਗਿਆ। ਉਹ ਸਬਜ਼ੀ ਦੀਆਂ, ਫੁੱਲਾਂ ਦੀਆਂ ਕਿਆਰੀਆਂ ਜਿਨ੍ਹਾਂ ਵੱਲ ਪਹਿਲੋਂ ਤੱਕਣ ਨੂੰ ਦੇਖਣ ਨੂੰ ਜੀ ਨਹੀਂ ਸੀ ਕਰਦਾ, ਹੁਣ ਜਿਵੇਂ ਹੋਰ ਟਹਿਕਦੀਆਂ ਮਹਿਕਦੀਆਂ। ਕਹਿੰਦੇ ਉੱਪਰਲੇ ਬਗੀਚੇ ਨੂੰ ਦੇਖ ਕੇ, ਜਿਹੜਾ ਬਗੀਚਾ ਨੀਚੇ ਸੀਗਾ ਜਿੱਥੇ ਕਦੀ ਕੋਈ ਫੁੱਲ ਨਹੀਂ ਖਿੜਿਆ ਸੀ, ਕਦੀ ਕੋਈ ਸਬਜ਼ੀ ਨਹੀਂ ਲੱਗੀ ਸੀ, ਹੁਣ ਉਸ ਵੀ ਕਹਿੰਦੇ ਬੂਟੇ ਨੇ ਆਪਣੇ ਰੂਪ ਨੂੰ ਬਦਲ ਲਿਆ ਸੀ। ਜਿਸ ਬਗੀਚੇ ਨੂੰ ਦੇਖਣ ਨੂੰ ਦਿਲ ਨਹੀਂ ਸੀ ਕਰਦਾ, ਅੱਜ ਉਸ ਬਗੀਚੇ ਦੇ ਵਿੱਚ ਵੀ ਸਬਜ਼ੀਆਂ ਲੱਗ ਰਹੀਆਂ ਸੀ, ਫੁੱਲ ਟਹਿਕ ਮਹਿਕ ਰਹੇ ਸਨ। ਬੈਠੋ। ਸਭ ਤੋਂ ਅਨੋਖੀ ਗੱਲ, ਥੋੜਾ ਉੱਚੀ ਬੇਟੇ। ਸਭ ਤੋਂ ਅਨੋਖੀ ਗੱਲ ਉਹੀ ਤਿਲੋਚਨ ਮਾਲੀ ਜਿਸ ਦੀਆਂ ਉਸਾਈਆਂ ਤੋਂ ਅਸੀਂ ਵੀ ਦੁਖੀ ਸਾਂ। ਅੱਜ ਕੱਲ੍ਹ ਜੇ ਕਦੀ ਛੁੱਟੀ ਵੀ ਕਰਦਾ, ਉਸ ਦੀ ਥਾਂ ਉਹ ਆਪਣੇ ਆਪ ਹੀ ਘੜੀ ਤੋਂ ਘੜੀ ਸਵੇਰੇ ਵੀ ਆਉਣ ਲੱਗ ਪਿਆ ਸੀ। ਕਦੀ ਗੋਡੀ ਕਰ ਰਿਹਾ ਹੈ ਤੇ ਕਦੀ ਕਟਾਈ ਚੰਗਾਈ, ਕਿਤੇ ਬੀਜ ਬੋ ਰਿਹਾ ਹੈ ਤੇ ਕਿਤੇ ਪਨੀਰੀ ਤਿਆਰ ਕਰ ਰਿਹਾ ਹੈ। ਹੁਣ ਤਾਂ ਉਹ ਇੰਜ ਦਿਲ ਲਾ ਕੇ ਕੰਮ ਕਰਦਾ ਕਿ ਕਈ ਵਾਰ ਤਾਂ ਸਾਨੂੰ ਇਤਬਾਰ ਤੱਕ ਨਾ ਆਉਂਦਾ ਪਈ। ਇਹ ਉਹੀ ਤਿਰਲੋਚਨ ਮਾਲੀ ਹੈ ਜਿਸ ਦੇ ਕੰਮ ਨਾ ਕਰਨ ਤੇ ਅਸੀਂ ਇਹਨੂੰ ਗੁੱਸੇ ਹੁੰਦੇ ਰਹਿੰਦੇ ਸਨ। ਚਲੋ ਬੈਠੋ। ਕਹਿੰਦੇ ਕਿ ਬਗੀਚੇ ਦੇ ਬਣਨ ਦੇ ਨਾਲ ਤਿਰਲੋਚਨ ਮਾਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਬਦਲਾਵ ਆ ਗਿਆ ਸੀ। ਇੱਥੇ ਆ ਜਾਓ ਬੇਟੇ। ਖਿੱਚਦਾ ਮਤਲਬ ਖਿੱਚਦਾ।
ਪਈ ਇਹ ਉਹੀ ਤ੍ਰਿਲੋਚਨ ਮਾਲੀ ਹੈ। ਸਭ ਤੋਂ ਅਨੋਖੀ ਗੱਲ ਇਹ ਹੋ ਗਿਆ ਸੀ ਨਾ, ਉਸੇ ਵਰੇ ਸਾਡੀ ਛੱਤ ਉਤਲੇ, ਉਸ ਵਰੇ ਸਾਡੀ ਛੱਤ ਉਤਲੇ ਇਸ ਬਗੀਚੇ ਨੂੰ ਕਾਲੋਨੀ ਵਿੱਚ ਸਭ ਤੋਂ ਵਧੀਆ ਬਗੀਚਾ ਗਿਣਿਆ ਗਿਆ। ਸਿਆਲ ਵਿੱਚ ਜਦੋਂ ਗੁਲਦਾਉਦੀਆਂ ਦਾ ਮੁਕਾਬਲਾ ਹੋਇਆ ਤਾਂ ਸਾਡੇ ਬਗੀਚੇ ਦੀਆਂ ਗੁਲਦਾਉਦੀਆਂ ਨੂੰ ਇਨਾਮ ਮਿਲਿਆ। ਬੁੱਕ ਜਿਤਨੇ ਚੌੜੇ ਸਾਡੀਆਂ ਗੁਲਦਾਉਦੀਆਂ ਦੇ ਫੁੱਲ ਸਨ ਅਤੇ ਸੁੰਦਰ ਤੋਂ ਸੁੰਦਰ ਰੰਗ। ਗੁਲਾਬ ਦੇ ਫੁੱਲਾਂ ਦੇ ਸਰਵ ਭਾਰਤੀ ਮੁਕਾਬਲੇ ਵਿੱਚ ਸਾਡੇ ਗੁਲਾਬਾਂ ਨੂੰ ਕਈ ਇਨਾਮਾਂ ਲਈ ਚੁਣਿਆ ਗਿਆ। ਕੋਈ ਰੰਗ ਲਈ, ਕੋਈ ਖੁਸ਼ਬੂ ਲਈ, ਕੋਈ ਬਣਾਵਟ ਲਈ। ਕਹਿੰਦੇ ਕਿ ਜਦੋਂ ਮੌਸਮ ਹੁੰਦਾ ਹੈ ਨਾ, ਜਿਵੇਂ ਅੱਜ ਕੱਲ੍ਹ ਮੌਸਮ ਹੈ ਗੁਲਦੌਦੀਆਂ ਦੇ ਲਗਾਉਣ ਦਾ, ਆਪਣੇ ਵੀ ਸਕੂਲ ਦੇ ਵਿੱਚ ਬਹੁਤ ਸਾਰੀਆਂ ਗੁਲਦੌਦੀਆਂ ਦੇ ਬੂਟੇ ਲੱਗੇ ਹੋਏ ਹਨ, ਰੰਗ ਬਿਰੰਗੇ ਫੁੱਲਾਂ ਵਾਲੇ। ਕਈ ਇੱਦਾਂ ਦੇ ਕਿ ਇੱਕ ਫੁੱਲ ਹੀ ਕਈ ਰੰਗਾਂ ਦੇ ਹੁੰਦੇ ਆ, ਸਪੈਸ਼ਲੀ ਆਪਣੇ ਰਿਸੈਪਸ਼ਨ ਦੇ ਬਾਅਦ। ਔਰ ਜਦੋਂ ਇਹ ਬੂਟੇ ਖਿੜਦੇ ਆ, ਇਹਨਾਂ ਨੂੰ ਫੁੱਲ ਬਹੁਤ ਵੱਡੇ ਵੱਡੇ ਲੱਗਦੇ ਆ ਔਰ ਬਹੁਤ ਸੋਹਣੇ ਵੀ ਲੱਗਦੇ ਆ। ਇਹਨਾਂ ਇਨਾਮਾਂ ਕਰਕੇ ਹੀ ਤ੍ਰਿਲੋਚਨ ਮਾਲੀ ਦੇ ਧਰਤੀ ਤੇ ਜਿਵੇਂ ਪੈਰ ਨਾ ਲੱਗਦੇ ਹੋਣ। ਪੈਰ ਨਾ ਲੱਗਣਾ ਬਹੁਤ ਖੁਸ਼ ਹੋਣਾ, ਮੁਹਾਵਰਾ। ਧਰਤੀ ਤੇ ਪੈਰ ਨਾ ਲੱਗਣਾ ਬਹੁਤ ਖੁਸ਼ ਹੋਣਾ। ਉਹ ਆਪਣੇ ਦੋਸਤਾਂ ਨੂੰ, ਪ੍ਰਸ਼ੰਸਕਾਂ ਨੂੰ ਲਿਆ ਕੇ ਆਪਣੀ ਕਾਰਗੁਜ਼ਾਰੀ ਵਿਖਾਉਂਦਾ ਰਹਿੰਦਾ। ਇੱਕ ਪੌਦੇ ਦੀ, ਘਾਹ ਦੀ, ਇੱਕ ਪੱਤੀ ਦੀ ਉਹਨੂੰ ਗਹਿਰੀ ਜਾਣਕਾਰੀ ਹੁੰਦੀ। ਉਸ ਨੂੰ ਪਤਾ ਹੁੰਦਾ ਕਿ ਅੱਜ ਕੱਲ੍ਹ ਕਿਸ ਕਿਸਮ ਦੇ ਪੌਦੇ ਦੇ ਸਾਡੇ ਕਿੰਨੇ ਬੂਟੇ ਹਨ। ਘਾਹ ਦੀ ਪਹਿਲੀ ਕਟਾਈ ਕਦੋਂ ਹੋਈ ਸੀ, ਫਿਰ ਕਦੋਂ ਹੋਣੀ ਹੈ, ਕਦੋਂ ਖਾਦ ਪਾਉਣੀ ਹੈ, ਕਦੋਂ ਪਾਣੀ ਲਾਉਣਾ ਹੈ। ਹੁਣ ਤਾਂ ਸਗੋਂ ਕਾਲੋਨੀ ਦੇ ਲੋਕਾਂ ਸਾਥੋਂ ਫੁੱਲਾਂ ਦੇ, ਸਬਜ਼ੀਆਂ ਦੇ ਬੀਜ ਮੰਗਣ ਆਉਂਦੇ। ਤ੍ਰਿਲੋਚਨ ਮਾਲੀ ਨੂੰ ਵੀ ਵਾਧੂ ਉਗਾਈ ਫੁੱਲਾਂ ਦੀ ਪਨੀਰੀ ਲੈ ਜਾਂਦੇ। ਰੱਜ ਕੇ ਉਹ ਤ੍ਰਿਲੋਚਨ ਮਾਲੀ ਦੀਆਂ, ਸਾਡੇ ਬਗੀਚੇ ਦੀਆਂ ਸਿਫਤਾਂ ਕਰਦੇ। ਇਹਨਾਂ ਹੀ ਦਿਨਾਂ ਵਿੱਚ ਇੱਕ ਦਿਨ ਤ੍ਰਿਲੋਚਨ ਆਇਆ ਤੇ ਕਹਿਣ ਲੱਗਾ, ਸਾਹਬ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਬਗੀਚੇ ਦੇ ਵਾਧੂ ਫੁੱਲ ਮੰਡੀ ਵਿੱਚ ਵੇਚ ਆਇਆ ਕਰਾਂ। ਇਸ ਤਰ੍ਹਾਂ ਮੇਰੀ ਤਨਖਾਹ ਦਾ ਬੋਝ ਤੁਹਾਡੇ ਤੇ ਨਹੀਂ ਰਹੇਗਾ। ਲੇਖਕ ਦੱਸਦਾ ਕਿ ਫਿਰ ਮਾਲੀ ਆ ਕੇ ਉਹਨਾਂ ਨੂੰ ਕਹਿੰਦਾ ਆ ਕਿ ਜਿਹੜੇ ਆਪਣੇ ਬਗੀਚੇ ਦੇ ਵਿੱਚ ਵਾਧੂ ਫੁੱਲ ਲੱਗੇ ਨੇ, ਜੇ ਮੈਂ ਉਹਨਾਂ ਨੂੰ ਮੰਡੀ ਵਿੱਚ ਆਇਆ ਕਰਾਂ ਤਾਂ ਮੇਰੀ ਤਨਖਾਹ ਦੇ ਪੈਸੇ ਉਹਨਾਂ ਫੁੱਲਾਂ ਨੂੰ ਵੇਚ ਕੇ ਨਿਕਲ ਸਕਦੇ ਹਨ। ਤ੍ਰਿਲੋਚਨ ਦੀ ਇਸ ਗੱਲ ਤੋਂ ਲੇਖਕ ਤੇ ਲੇਖਕ ਦੀ ਪਤਨੀ ਬਹੁਤ ਹੈਰਾਨ ਹੁੰਦੇ ਆ ਕਿ ਜਿਹੜਾ ਮਾਲੀ ਆਪ ਕੰਮ ਤੋਂ ਆਲਸ ਕਰਦਾ ਸੀ, ਕੰਮ ਤੋਂ ਜੀ ਚੁਰਾਉਂਦਾ ਸੀ, ਅੱਜ ਉਹ ਖੁਦ ਹੀ ਆਪਣੇ ਉਗਾਏ ਹੋਏ ਫੁੱਲਾਂ ਨੂੰ ਮੰਡੀ ਵਿੱਚ ਵੇਚਣ ਦੀ ਗੱਲ ਕਰ ਰਿਹਾ ਸੀ। ਅਸੀਂ ਹੱਕੇ ਪੱਕੇ ਉਹਦੇ ਮੂੰਹ ਵੱਲ ਵੇਖਣ ਲੱਗ ਪਏ, ਮੈਂ ਤੇ ਮੇਰੀ ਤ੍ਰਿਮਤ। ਸਾਡੇ ਸਾਹਮਣੇ ਹਸੂ ਕਰਦਾ ਤ੍ਰਿਲੋਚਨ ਖਲੋਤਾ ਸੀ। ਇੰਝ ਜਾਪਦਾ ਸੀ ਜਿਵੇਂ ਕੁਝ ਹੀ ਮਹੀਨਿਆਂ ਵਿੱਚ ਉਹਦਾ ਕੱਦ ਉੱਚਾ ਹੋ ਗਿਆ ਹੋਵੇ। ਜਦੋਂ ਕਹਾਣੀ ਸ਼ੁਰੂ ਹੁੰਦੀ ਆ ਉਦੋਂ ਹੀ ਲੇਖਕ ਕਹਿੰਦਾ ਨਾ, ਠਿੱਗਣੀ ਜਿਹੇ ਕੱਦ ਦਾ ਬੋਲ ਲਿਖਿਆ ਨਾ ਕਹਾਣੀ ਦੇ ਵਿੱਚ। ਮੀਨਸ ਉਸ ਤੋਂ ਲੇਖਕ ਦੱਸਦਾ ਹੈ ਕਿ ਜਿਸ ਮਾਲੀ ਦਾ ਕੱਦ ਸਾਨੂੰ ਬਹੁਤ ਛੋਟਾ ਲੱਗਦਾ ਸੀ, ਅੱਜ ਉਹਦੇ ਕੰਮ ਕਰਕੇ, ਉਹਦੀ ਸਮਝਦਾਰੀ ਕਰਕੇ ਲੱਗਦਾ ਕਿ ਉਹਦਾ ਕੱਦ ਜਿਹੜਾ ਹੁਣ ਉੱਚਾ ਹੋ ਗਿਆ ਹੈ। ਭਾਵ ਕਹਿੰਦੇ ਕਿ ਇਨਸਾਨ ਦੀ ਜਿਹੜੀ ਸ਼ਖਸੀਅਤ ਹੁੰਦੀ ਆ, ਪਰਸਨੈਲਿਟੀ ਹੁੰਦੀ ਆ, ਉਹ ਉਹਦੇ ਕੰਮਾਂ ਤੋਂ ਹੀ ਜੱਜ ਕੀਤੀ ਜਾ ਸਕਦੀ ਹੈ। ਇਹ ਸੀਗੀ ਆਪਣੀ ਕਹਾਣੀ ਤ੍ਰਿਲੋਚਨ ਦਾ ਕੱਦ। ਕਿ ਇਨਸਾਨ ਨੇ ਅਗਰ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਜਾਂ ਕੰਮ ਨੂੰ ਕਰਨ ਲਈ ਮਨ ਦੇ ਵਿੱਚ ਸੋਚਿਆ ਹੋਵੇ, ਧਾਰਿਆ ਹੋਵੇ, ਤਾਂ ਉਹ ਹਰ ਮੁਸ਼ਕਿਲ ਦਾ ਹੱਲ ਕੱਢ ਸਕਦਾ ਆ। ਆਪਣੀ ਉਸ ਸੋਚ ਨੂੰ ਜਾਂ ਕਹਿ ਲਓ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ। ਅਗਲਾ ਹੈਗਾ, ਲੇਖਕ ਮਾਲੀ ਤ੍ਰਿਲੋਚਨ ਤੋਂ ਕਿਉਂ ਦੁਖੀ ਸੀ। ਆਪਣੀ ਅਭਿਆਸ ਵਾਲੇ ਪ੍ਰਸ਼ਨ ਦੇਖੋ। ਹਾਂਜੀ ਚਲੋ ਕ੍ਰਿਸ਼। ਲੇਖਕ ਦੇ ਮਨ ਚ ਲੋਕ ਉਸਨੇ ਦੁਖੀ ਸੀ। ਲੇਖਕ ਨੇ ਤਾਂ ਉਹਨੂੰ ਗੁਜ਼ਾਰਾ ਕਰਨ ਦੀ ਲੱਗਾ ਸੀ, ਪਰ ਉਹ ਆਪਣੇ ਕੰਮ ਵਿੱਚ ਬਹੁਤ ਆਲਸ ਕਰਦਾ ਸੀ, ਕਦੇ ਕਿਸੇ ਦੂਜੇ ਨੂੰ ਚਾਹੁੰਦਾ ਨਹੀਂ ਰੱਖਦਾ ਸੀ ਤੇ ਉਹਨਾਂ ਦੀ ਤਿਆਰੀ ਦਾ ਸਹੀ ਤਰ੍ਹਾਂ ਨਹੀਂ ਰੱਖਦਾ ਸੀ। ਲੇਖਕ ਆਪਣੇ ਮਾਲੀ ਤ੍ਰਿਲੋਚਨ ਤੋਂ ਇਸ ਲਈ ਦੁਖੀ ਸੀ ਕਿਉਂਕਿ ਉਹ ਹਮੇਸ਼ਾ ਕੰਮ ਦੇ ਵਿੱਚ ਆਲਸ ਰੱਖਦਾ ਸੀ ਔਰ ਹਮੇਸ਼ਾ ਵਿਹਲੇ ਰਹਿ ਕੇ ਸਮਾਂ ਬਤੀਤ ਕਰ ਦਿੰਦਾ ਸੀ। ਕਦੇ ਵੀ ਉਸਨੇ ਲੇਖਕ ਦੇ ਬਗੀਚੇ ਵੱਲ ਧਿਆਨ ਨਹੀਂ ਦਿੱਤਾ ਸੀ। ਲੇਖਕ ਦੇ ਘਰ ਦਾ ਲੋਨ ਹਮੇਸ਼ਾ ਝੌਂਸਿਆ ਰਹਿਣ ਦੇ ਕੀ ਕਾਰਨ ਸਨ। ਸਭ ਤੋਂ ਪਹਿਲਾ ਕਾਰਨ ਸੀ ਮਾਲੀ ਦਾ ਆਲਸੀ ਹੋਣਾ, ਆਲਸੀ ਤੇ ਕੰਮ ਚੋਰ ਹੋਣਾ।
दूसरा कारण सी उत्थों दी जिहड़ी मिट्टी सी वो उपजाऊ नहीं सी। तीसरा कारण सी पानी दी कमी। चौथा कारण सी बीज सही नहीं हुंदे सी। पंजवां कारण सी खाद जिहड़ी सी वो भी बहुती वधिया नहीं हुंदी सी। क्लीयर हो गया। लेखक दा बगीचा क्यों दहकण लग पिया। ਜਦੋਂ ਲੇਖਕ ਉਹਨਾਂ ਨੇ ਆਪਣੀ ਛੱਤ ਦੇ ਉੱਪਰ ਬਗੀਚਾ ਬਣਾਇਆ ਤਾਂ ਉਹਦੀ ਦੇਖਾ ਦੇਖੀ ਹੇਠਲੇ ਬਗੀਚੇ ਨੇ ਵੀ ਕਹਿੰਦੇ ਆਪਣਾ ਰੂਪ ਬਦਲ ਲਿਆ। ਜਿੱਥੇ ਕਦੀ ਕੋਈ ਫੁੱਲ ਨਹੀਂ ਖਿੜਿਆ ਸੀ, ਕਦੇ ਕੋਈ ਸਬਜ਼ੀ ਨਹੀਂ ਲੱਗੀ ਸੀ, ਹੁਣ ਉੱਥੇ ਵੀ ਕਈ ਪ੍ਰਕਾਰ ਦੇ ਫੁੱਲ ਖਿੜਨ ਲੱਗੇ ਸੀ ਤੇ ਸਬਜ਼ੀਆਂ ਦਹਿਕਣ ਲੱਗ ਪਈਆਂ ਸਨ। ਲੇਖਕ ਨੇ ਛੱਤ ਉੱਤੇ ਬਗੀਚਾ ਕਿਉਂ ਤੇ ਕਿਵੇਂ ਬਣਾਇਆ। ਲੇਖਕ ਨੇ ਛੱਤ ਉੱਤੇ ਬਗੀਚਾ ਇਸ ਲਈ ਬਣਾਇਆ ਕਿਉਂਕਿ ਲੇਖਕ ਦੇ ਘਰ ਦਾ ਵਿਹੜੇ ਦਾ ਬਗੀਚੇ ਦੀ ਜਿਹੜੀ ਮਿੱਟੀ ਸੀ ਉਹ ਉਪਜਾਊ ਨਹੀਂ ਸੀ। ਉੱਥੇ ਕਦੇ ਵੀ ਕੋਈ ਫੁੱਲ ਨਹੀਂ ਖਿੜਿਆ ਸੀ। ਇਸ ਲਈ ਲੇਖਕ ਨੇ ਛੱਤ ਦੇ ਫਰਸ਼ ਨੂੰ ਪੁੱਟ ਕੇ ਲੁੱਕ ਦੀਆਂ 3 ਪਰਤਾਂ ਲਗਵਾਈਆਂ। ਫਿਰ ਉੱਪਰ ਸੀਮੈਂਟ ਦਾ ਪਲਸਤਰ ਕਰਵਾ ਕੇ ਮਿੱਟੀ ਖਿਲਾਰੀ ਤੇ ਮਿੱਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਦਾਂ ਮਿਲਾ ਕੇ ਬੀਜ ਬੋ ਕੇ ਉੱਥੇ ਬਗੀਚਾ ਬਣਾਇਆ। ਲੇਖਕ ਨੇ ਛੱਤ ਉੱਤੇ ਬਣਾਈ ਬਗੀਚੀ ਵਿੱਚ ਕੀ ਲਾਇਆ। ਹਾਂਜੀ ਬੋਲੋ। ਲੇਖਕ ਨੇ ਆਪਣੇ ਛੱਤ ਦੇ ਉੱਪਰ ਲਗਾਈ ਬਗੀਚੀ ਵਿੱਚ ਲੁੱਕ ਦੀਆਂ 3 ਪਰਤਾਂ ਲਗਾਈਆਂ। कई तरह के फुल बूटे लगाए, कई तरह दी सब्जियां दे वधिया किस्म के बीज बीजे गए, वधिया किस्म की खाद पाई गई ते एक बहुत वधिया किस्म के घाह दे लॉन भी बनाया गया। लेखक दे बच्चों ने अंग्रेजी दे रसाले विच की पढ़िया सी। हाँ जी। ਲੇਖਕ ਦੇ ਬੱਚਿਆਂ ਨੇ ਅੰਗਰੇਜ਼ੀ ਰਸਾਲੇ ਵਿੱਚ ਪੜ੍ਹਿਆ ਸੀ ਕਿ ਫੁੱਲ ਬੂਟਿਆਂ ਵਿੱਚ ਵੀ ਇਨਸਾਨਾਂ ਵਾਂਗ ਜਾਨ ਹੁੰਦੀ ਹੈ ਅਤੇ ਉਹ ਵੀ ਇਨਸਾਨਾਂ ਵਾਂਗ ਅਹਿਸਾਸ ਹੁੰਦਾ ਹੈ ਅਤੇ ਜੇ ਅਸੀਂ ਆਪਣੇ ਪੌਦਿਆਂ ਨਾਲ ਗੱਲਾਂ ਉਹਨਾਂ ਵਿੱਚ ਵੀ ਇਨਸਾਨਾਂ ਵਾਂਗ ਅਹਿਸਾਸ ਹੁੰਦਾ ਤੇ ਉਹ ਵੀ ਸੰਗੀਤ ਨੂੰ ਬਹੁਤ ਪਸੰਦ ਕਰਦੇ ਹਨ। ਸੰਗੀਤ ਦੇ ਅਨੁਸਾਰ ਹੀ ਉਹਨਾਂ ਦੀ ਬਣਾਵਟ ਤੇ ਪੈਦਾਵਾਰ ਵਧੀਆ ਹੁੰਦੀ ਹੈ। ਲੇਖਕ ਲਾਸੀ त्रिलोचन माली ਹੁਣ ਕਿਉਂ ਖੁਸ਼ ਸੀ ਤੇ ਉਸਨੇ ਲੇਖਕ ਨੂੰ ਕੀ ਸਲਾਹ ਦਿੱਤੀ ਸੀ। ਹਾਂਜੀ। त्रिलोचन माली ਹੁਣ ਖੁਸ਼ ਸੀ ਕਿ ਉਸਨੇ ਮਿਹਨਤ ਕਰ ਲਈ ਕਿ ਉਹ ਉਸਨੂੰ ਲੋਕਾਂ ਤੋਂ ਸ਼ਾਬਾਸ਼ੀ ਮਿਲਦੀ ਪਈ ਤੇ ਉਹਨੇ ਲੇਖਕ ਨੂੰ ਇਹ ਸਲਾਹ ਦਿੱਤੀ ਕਿ ਉਹ ਜਿਹੜੇ ਜ਼ਿਆਦਾ ਫੁੱਲ ਉੱਗਦੇ ਹੋਏ ਆ ਉਹ ਜਾ ਕੇ ਵੇਚ ਦੇਵੇ ਤੇ ਉਹਦੀ ਦੇ ਨਾਲ ਜਿਹੜੇ ਪੈਸੇ ਦਾ ਬੋਝ ਲੇਖਕ ਰਹਿੰਦਾ ਹੈ ਉਹ ਉਤਰ ਜਾਵੇਗਾ। त्रिलोचन माली ਹੁਣ ਖੁਸ਼ ਇਸ ਲਈ ਸੀ ਕਿਉਂਕਿ ਸਾਰੀ ਕਲੋਨੀ ਵਿੱਚ ਉਸ ਦੁਆਰਾ ਉਗਾਏ ਗਏ ਫੁੱਲਾਂ ਬੂਟਿਆਂ ਦੀ ਚਰਚਾ ਹੁੰਦੀ ਸੀ। ਸਾਰੇ ਉਹਦੀ ਪ੍ਰਸ਼ੰਸਾ ਕਰਦੇ ਸੀ ਤੇ ਉਸਨੇ ਲੇਖਕ ਨੂੰ ਇਹ ਸਲਾਹ ਦਿੱਤੀ ਸੀ ਕਿ ਬਗੀਚੇ ਵਿਚਲੇ ਵਾਧੂ ਫੁੱਲਾਂ ਨੂੰ ਵੇਚ ਕੇ ਉਸਦੀ ਤਨਖਾਹ ਜਿੰਨੇ ਪੈਸੇ ਕਮਾਏ ਜਾ ਸਕਦੇ ਹਨ। ਨੰਬਰ 3 ਤੇ ਹੈ ਵਿਰੋਧੀ ਸ਼ਬਦ। ਠਿਗਣਾ ਲੰਬਾ, दोस्त दुश्मन, दिन रात, सवेर शाम, सियाल गर्मी, वड्डा मोकला पीड़ा, पतली मोटी। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕਿੱਲਤ, ਬਾਗਬਾਨੀ, ਮਾਹਰ, ਵੰਨ ਸੁਵੰਨੇ, ਕਾਰਗੁਜ਼ਾਰੀ, ਤਾਜ਼ਾ ਦਮ ਤੇ ਸਿਫਤਾਂ। ਹੁਣ ਤੁਸੀਂ ਸਭ ਨੇ ਆਪਣੀ ਬੁੱਕ ਕਾਪੀ ਦੇ ਵਿੱਚ 3 MCQ ਲੈਸਨ ਚੋਂ +3 ਔਰ ਬਾਕੀ ਤੁਸੀਂ ਇਹਦੇ ਅਭਿਆਸ ਵਾਲੇ ਪ੍ਰਸ਼ਨ ਤੇ ਵਾਕ ਬਣਾਓ ਕਰਨੇ ਆ। ਕਲੀਅਰ? ਇਹ ਤੁਹਾਡਾ ਹੋਮਵਰਕ ਆ। ਪੀੜਾ ਮੋਕਲਾ ਖੁੱਲਾ, ਪੀੜਾ ਤੰਗ। हाँ जी ओके बेटा जी।